ਸਤਿ ਸ਼੍ਰੀ ਅਕਾਲ ਸਟੂਡੈਂਟਸ, ਹੋਪ ਹੈ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਸਟੂਡੈਂਟ, ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰੂੰਗਾ ਆਇਲਸ ਐਕੈਡੈਮਿਕ ਰੀਡਿੰਗ ਦੇ ਵਿੱਚ ਫਿਲਿੰਗ ਦਾ ਬਲੈਂਕਸ ਦੀ। ਫਿਲਿੰਗ ਦਾ ਬਲੈਂਕਸ ਤੁਸੀਂ ਦੇਖ ਸਕਦੇ ਆ ਬਹੁਤ ਸਾਰੇ ਸਟੂਡੈਂਟਸ ਨੂੰ ਅਕਸਰ ਇਹਦੇ ਵਿੱਚ ਪ੍ਰੋਬਲਮ ਆਉਂਦੀ ਆ, ਕਿਵੇਂ ਅਸੀਂ ਜਿਹੜਾ ਫਿਲਿੰਗ ਦਾ ਬਲੈਂਕਸ ਨੂੰ ਫਾਈਂਡ ਆਊਟ ਕਰਨਾ। ਦੂਸਰੀ ਗੱਲ ਸਟੂਡੈਂਟ, ਇਹਦੇ ਵਿੱਚ ਇੱਕ ਵੱਡੀ ਚੀਜ਼ ਇਹ ਹੁੰਦੀ ਹੈ ਕਿ ਬਹੁਤ ਸਾਰੇ ਸਟੂਡੈਂਟਸ ਜਿਹੜੇ ਇਹਨੂੰ ਵਿੱਚੋਂ ਕੀਵਰਡਸ ਦੇ ਨਾਲ ਹੀ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਦੇ ਆ, ਜਿਹਦੇ ਨਾਲ ਮਿਸਟੇਕ ਇਹ ਹੋ ਜਾਂਦੀ ਆ ਕਿ ਇਹ ਸੇਮ ਤਰੀਕੇ ਦੇ ਨਾਲ ਜੋ ਵਰਡ ਲਿਖਿਆ ਹੁੰਦਾ ਨਾ, ਹੋ ਸਕਦਾ ਪੈਸੇਜ ਦੇ ਵਿੱਚ ਵੀ ਸੇਮ ਤਰੀਕੇ ਦੇ ਨਾਲ ਲਿਖਿਆ ਹੋਵੇ, ਬਟ ਚਾਂਸਸ ਹੁੰਦੇ ਆ ਕਿ ਜਿਸ ਤਰੀਕੇ ਨਾਲ ਇੱਥੇ ਲਿਖਿਆ ਗਿਆ, ਜਿਸ ਕੌਨਟੈਕਸਟ ਦੇ ਵਿੱਚ ਇੱਥੇ ਲਿਖਿਆ ਗਿਆ, ਉੱਥੇ ਉਸ ਤਰੀਕੇ ਨਾਲ ਨਹੀਂ ਲਿਖਿਆ ਹੋਣਾ। ਸੋ ਇਸ ਕਰਕੇ ਸਟੂਡੈਂਟ ਜੇ ਉੱਥੇ ਵਿਲ ਪ੍ਰੋਵਾਈਡ ਤੁਹਾਨੂੰ ਮਿਲ ਵੀ ਗਿਆ ਅਤੇ ਉਸ ਤੋਂ ਬਾਅਦ ਜਿਹੜੀ ਚੀਜ਼ ਇੱਥੇ ਲਿਖੀ ਹੋਣੀ ਉਹ ਡੈਫੀਨੇਟਲੀ ਕੁਐਸਚਨ ਦੇ ਨਾਲ ਮੈਚ ਨਹੀਂ ਕੀਤੀ ਹੋਣੀ, ਉਹ ਕਿਸੇ ਹੋਰ ਕੌਨਟੈਕਸਟ ਦੇ ਵਿੱਚ ਗੱਲ ਕੀਤੀ ਹੋਣੀ ਆ। ਸੋ ਇਸ ਤਰ੍ਹਾਂ ਦੀਆਂ ਮਿਸਟੇਕਸ ਹਮੇਸ਼ਾ ਸਟੂਡੈਂਟ ਕਰ ਦਿੰਦੇ ਆ, ਜਿਹਦੇ ਨਾਲ ਆਨਸਰ ਜਿਹੜੇ ਆ ਗਲਤ ਹੋ ਜਾਂਦੇ ਆ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂੰਗਾ ਟ੍ਰਿਕਸ ਵੀ ਕਿਵੇਂ ਆਪਾਂ ਇਸ ਤਰ੍ਹਾਂ ਦੇ ਕੁਐਸਚਨਸ ਨੂੰ ਕਰਨਾ ਹੈਗਾ। ਟਾਈਮ ਵੇਸਟ ਨਹੀਂ ਕਰਦੇ, ਸਟਾਰਟ ਕਰਦੇ ਕਿ ਕਿਹੜੇ ਨੇ ਟ੍ਰਿਕਸ ਅਤੇ ਕਿਵੇਂ ਆਪਾਂ ਫਾਈਂਡ ਆਊਟ ਕਰਨੀਆਂ ਫਿਲਿੰਗ ਦਾ ਬਲੈਂਕਸ। ਫਸਟ ਆਫ ਆਲ ਤੁਹਾਨੂੰ ਪਤਾ ਹੈ ਕਿ ਅਸੀਂ ਹਮੇਸ਼ਾ ਹੀ ਜਿਹੜਾ ਇੰਸਟਰਕਸ਼ਨ ਨੂੰ ਦੇਖਣਾ ਕਿ ਵੀ ਜਸਟ ਹੈਵ ਟੂ ਗਿਵ ਆਨਸਰ ਇਨ ਵਨ ਵਰਡ ਓਨਲੀ। ਔਰ ਇਸ ਤੋਂ ਵੀ ਇੰਪੋਰਟੈਂਟ ਸਟੂਡੈਂਟ ਚੀਜ਼ ਹੈਗੀ ਆ ਕਿ ਰੀਡਿੰਗ ਸਟੂਡੈਂਟਸ ਹਮੇਸ਼ਾ ਹੀ ਅੰਡਰਸਟੈਂਡਿੰਗ 'ਤੇ ਬੇਸਡ ਹੁੰਦੀ ਆ। ਅੰਡਰਸਟੈਂਡਿੰਗ ਦੇ ਬੇਸ ਦਾ ਮਤਲਬ ਕੀ ਹੈਗਾ ਕਿ ਇਹਦੇ ਵਿੱਚੋਂ ਹੋ ਸਕਦਾ ਕਿ ਹਰ ਇੱਕ ਚੀਜ਼ ਜਿਹੜੀ ਆ ਕੀਵਰਡ ਸਾਨੂੰ ਉੱਧਰ ਨਾ ਮਿਲੇ। ਦੂਸਰੀ ਗੱਲ, ਜਿਸ ਤਰੀਕੇ ਨਾਲ ਗੱਲ ਇੱਥੇ ਲਿਖੀ ਗਈ ਆ ਉਸ ਤਰੀਕੇ ਉੱਧਰਲੇ ਪਾਸੇ ਜਾਂ ਪੈਸੇਜ ਦੇ ਵਿੱਚ ਇਸ ਤਰੀਕੇ ਦੇ ਨਾਲ ਨਹੀਂ ਲਿਖੀ ਹੋ ਸਕਦੀ, ਜਿਸ ਕਰਕੇ ਅਸੀਂ ਹਰ ਇੱਕ ਵਰਡ ਦਾ ਕੀਵਰਡ ਪਲੱਸ ਨਾਲ ਦੀ ਨਾਲ ਸਿਨੋਨਿਮਸ ਨੂੰ ਵੀ ਮਾਈਂਡ 'ਚ ਰੱਖਣਾ। ਔਰ ਅੰਡਰਸਟੈਂਡਿੰਗ ਦੇ ਲਈ ਜੇਕਰ ਤੁਹਾਡੀ ਗ੍ਰਾਮਰ ਵਧੀਆ ਹੈਗੀ ਆ ਅਤੇ ਜਿਹੜੇ ਸਟੂਡੈਂਟ ਦੀ ਗ੍ਰਾਮਰ ਬਹੁਤ ਵਧੀਆ ਹੁੰਦੀ ਹੈ ਜਾਂ ਜੋ ਉਹਨਾਂ ਨੂੰ ਅਸਲ 'ਚ ਵਿੱਚ ਰੀਡਿੰਗ ਸਮਝ ਲੱਗਦੀ ਆ, ਉਹ ਇਸ ਤਰ੍ਹਾਂ ਦੇ ਕੁਐਸਚਨਸ ਨੂੰ ਬੜੀ ਈਜ਼ੀਲੀ ਹੀ ਕਰ ਸਕਦੇ ਆ। ਕਰਦੇ ਹਾਂ ਆਪਣਾ ਪਹਿਲਾ ਕੁਐਸਚਨ। ਫਸਟ ਆਫ ਆਲ ਕੀਵਰਡਸ ਦੇਖਾਂਗੇ ਕੁਐਸਚਨਸ ਦੇ ਵਿੱਚ, ਦੈਨ ਅਸੀਂ ਕੀ ਆ ਪੈਸੇਜ ਦੇ ਵਿੱਚ ਇਹਨੂੰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਫਸਟ ਕੁਐਸਚਨ ਸਾਡਾ ਹੈਗਾ ਇਨ ਦਾ ਫਿਊਚਰ ਦੇ ਵਿੱਚ ਐਗਰੀਬੋਟਸ ਵਿਲ ਪ੍ਰੋਵਾਈਡ ਡੈਸ਼ ਟੂ ਯੰਗ ਪਲਾਂਟਸ। ਹੁਣ ਬਹੁਤ ਸਾਰੇ ਸਟੂਡੈਂਟ ਕੀ ਕਰਦੇ ਆ, ਇਨ ਦਾ ਫਿਊਚਰ ਪੜ੍ਹ ਕੇ ਐਗਰੀਬੋਟਸ ਵਿਲ ਪ੍ਰੋਵਾਈਡ ਦੇ ਨਾਲ ਹੀ ਆਨਸਰ ਲੱਭਣਾ ਸਟਾਰਟ ਕਰਦੇ ਆ, ਜੋ ਕਿ ਇੱਕ ਮਿਸਟੇਕ ਹੈਗੀ ਆ। ਸਟੂਡੈਂਟ ਇਸ ਤੋਂ ਬਾਅਦ ਤੁਸੀਂ ਦੇਖੋ ਕਿ ਜੇਕਰ ਸਾਨੂੰ ਸੈਂਟੈਂਸ ਦਾ ਸਟਰਕਚਰ ਪਤਾ, ਐਕਟਿਵ ਸੈਂਟੈਂਸ ਦਾ ਸਟਰਕਚਰ ਹੁੰਦਾ ਕਿ ਐਕਸ਼ਨ ਜਿਹੜਾ ਹੈ ਪਰਫੋਰਮ ਕੀਤਾ ਜਾਂਦਾ ਸਬਜੈਕਟ ਦੇ ਦੁਆਰਾ, ਐਕਸ਼ਨ ਸ਼ੋ ਵਰਬ ਦੇ ਦੁਆਰਾ ਕੀਤਾ ਜਾਂਦਾ। ਸੋ ਉਸ ਤੋਂ ਬਾਅਦ ਕੁਛ ਕੁ ਵਰਬ ਇੱਦਾਂ ਦੇ ਹੁੰਦੇ ਆ ਜਿਹੜੇ ਆਪਣੇ ਤੋਂ ਬਾਅਦ ਆਬਜੈਕਟ ਦੀ ਡਿਮਾਂਡ ਕਰਦੇ ਆ। ਸੋ ਇੱਥੇ ਸਾਡਾ ਜਿਹੜਾ ਵਰਬ ਲੱਗਿਆ ਹੋਇਆ ਪ੍ਰੋਵਾਈਡ, ਅਗਰ ਮੈਂ ਇੱਥੇ ਕਹਿ ਦੇਵਾਂ ਕਿ ਫਿਊਚਰ ਦੇ ਵਿੱਚ ਐਗਰੀਬੋਟਸ ਵਿਲ ਪ੍ਰੋਵਾਈਡ, ਹੁਣ ਪ੍ਰੋਵਾਈਡ ਵਰਬ ਇੱਦਾਂ ਦਾ ਜਿਹੜਾ ਆਪਣੇ ਤੋਂ ਬਾਅਦ ਇੱਕ ਆਬਜੈਕਟ ਮੰਗਦਾ ਆ। ਇਟ ਮੀਨਸ ਕਿ ਟ੍ਰਾਂਜ਼ਿਟਿਵ ਵਰਬ ਆ, ਆਬਜੈਕਟ ਫਾਈਂਡ ਆਊਟ ਕਰਨਾ ਅਸੀਂ ਕਿ ਕੀ ਆਬਜੈਕਟ ਇੱਥੇ ਸਾਡਾ ਹੋਊਗਾ। ਸਬਜੈਕਟ ਐਂਡ ਵਰਬ ਸਾਨੂੰ ਦਿੱਤੇ ਆ, ਸਬਜੈਕਟ ਐਂਡ ਵਰਬ, ਫਿਊਚਰ ਇੰਡੈਫੀਨਿਟ ਟੈਂਸ ਬਣਦਾ ਪਿਆ। ਐਗਰੀਬੋਟਸ ਵਿਲ ਪ੍ਰੋਵਾਈਡ ਡੈਸ਼, ਬਟ ਇਹ ਨਹੀਂ ਪੜ੍ਹਨਾ ਸਟੂਡੈਂਟ, ਇੰਪੋਰਟੈਂਟ ਹੈਗਾ ਆ ਆਹ ਚੀਜ਼ ਪੜ੍ਹਨੀ ਕਿ ਐਗਰੀਬੋਟਸ ਪ੍ਰੋਵਾਈਡ ਤਾਂ ਕਰਦੇ ਆ ਕੁਛ ਨਾ ਕੁਛ, ਬਟ ਕਿਹਨੂੰ ਪ੍ਰੋਵਾਈਡ ਕਰਦੇ ਆ, ਟੂ ਯੰਗ ਪਲਾਂਟਸ। ਆਹ ਸਟੂਡੈਂਟ ਸਾਡਾ ਮੇਨ ਕੀ ਵਰਡ ਆ ਜਿਹਨੇ ਸਾਨੂੰ ਆਨਸਰ ਦੇਣਾ ਆ ਕਿ ਯੰਗ ਪਲਾਂਟਸ ਨੂੰ ਐਗਰੀਬੋਟਸ ਕੁਛ ਨਾ ਕੁਛ ਪ੍ਰੋਵਾਈਡ ਕਰਦੇ ਆ, ਜਿਹੜਾ ਆਪਾਂ ਇੱਥੇ ਫਾਈਂਡ ਆਊਟ ਕਰਨਾ ਆ। ਹੁਣ ਚੱਲਦੇ ਹਾਂ ਪੈਸੇਜ ਦੇ ਵਿੱਚ। ਪੈਸੇਜ ਦੇ ਵਿੱਚ ਸਟੂਡੈਂਟਸ ਯੈਸ ਨੋ ਨੋਟ ਗਿਵਨ ਸਟੂਡੈਂਟ ਮੈਂ ਇਹਦੇ ਵਿੱਚ ਆਲਰੇਡੀ ਕੀਤੇ ਹੋਏ ਆ। ਪਹਿਲਾ ਜਿਹੜਾ ਸਾਡਾ ਸੈਕਸ਼ਨ ਆ, ਜਿਹੜਾ ਪਾਰਟ ਹੈਗਾ, ਇਹ ਤਾਂ ਸਾਰਾ ਯੈਸ ਨੋ ਨੋਟ ਗਿਵਨ ਦਾ ਸੀਗਾ। ਇੱਥੋਂ ਸਾਡੇ ਸਟਾਰਟ ਹੁੰਦੇ ਆ ਨੈਕਸਟ ਕੁਐਸਚਨਸ, ਔਰ ਇੱਥੇ ਤੁਸੀਂ ਕੀਵਰਡ ਵੀ ਦੇਖ ਸਕਦੇ ਆ, ਸਾਨੂੰ ਐਗਰੀਬੋਟਸ ਮਿਲ ਗਿਆ ਆ। ਸਟਾਰਟ ਕਰਦੇ ਇਹਨੂੰ ਪੜ੍ਹਨਾ। ਵਨ ਡੇ ਮੀਨਸ ਕੀ ਆ ਕਿ ਕਿਸੇ ਇੱਕ ਦਿਨ। ਇਟ ਮੀਨਸ ਸਟੂਡੈਂਟ ਸਾਡਾ ਕੀਵਰਡ ਤਾਂ ਆਈ ਗਿਆ ਕਿ ਇਨ ਦਾ ਫਿਊਚਰ ਦੇ ਵਿੱਚ। ਵਨ ਡੇ ਵੀ ਮਾਈਟ ਸੀ, ਪੋਸੀਬਿਲਿਟੀ ਸ਼ੋ ਕਰਦਾ ਪਿਆ, ਪੋਸੀਬਿਲਿਟੀ ਜੇ ਕਹਿ ਲਓ ਐਕਸਪੈਕਟਡ ਕਰਦੇ ਪਏ ਆ, ਇਸ ਚੀਜ਼ ਨੂੰ ਐਕਸਪੈਕਟ ਕਰਦੇ ਕਿ ਵੀ ਮਾਈਟ ਸੀ ਫੀਲਡਸ ਵਿਦ ਐਗਰੀਬੋਟਸ। ਐਗਰੀਬੋਟਸ ਕੀ ਹੈਗੇ, ਐਗਰੀਕਲਚਰ ਰੋਬੋਟਸ। ਐਗਰੀਕਲਚਰ ਰੋਬੋਟਸ ਨੂੰ ਖੇਤੀਬਾੜੀ 'ਚ ਯੂਜ਼ ਹੋਣ ਵਾਲੀਆਂ ਚੀਜ਼ਾਂ, ਮਸ਼ੀਨਸ ਵਗੈਰਾ ਨੂੰ ਕਿਹਾ ਗਿਆ ਆ। ਦੈਟ ਕੈਨ ਆਈਡੈਂਟੀਫਾਈ ਇੰਡੀਵਿਜੂਅਲ ਸੀਡਲਿੰਗਸ ਐਂਡ ਇਨਕਰੇਜ ਦੈਮ ਅਲੋਂਗ ਵਿਦ ਡ੍ਰੌਪਸ ਆਫ ਫਰਟੀਲਾਈਜ਼ਰ। ਸੋ ਹੁਣ ਇੱਥੇ ਆਪਾਂ ਪੜ੍ਹਿਆ ਸੀ ਕਿ ਐਗਰੀਬੋਟਸ ਵਿਲ ਪ੍ਰੋਵਾਈਡ ਟੂ ਯੰਗ ਪਲਾਂਟਸ। ਯੰਗ ਪਲਾਂਟਸ ਨੂੰ ਕਿਹਾ ਜਾਂਦਾ ਆ ਸੀਡਲਿੰਗਸ। ਇਟ ਮੀਨਸ ਕਿ ਸਾਡਾ ਯੰਗ ਪਲਾਂਟਸ ਵਾਲਾ ਜਿਹੜਾ ਵਰਡ ਆ ਉਹ ਇੱਥੇ ਸਾਨੂੰ ਮਿਲ ਚੁੱਕਿਆ। ਸੋ ਹੁਣ ਆਪਾਂ ਇਹਨੂੰ ਪੜ੍ਹਦੇ ਹਾਂ ਧਿਆਨ ਦੇ ਨਾਲ ਵੀ ਇਹਦਾ ਮਤਲਬ ਕਿ ਸਾਡੀ ਲੋਕੇਸ਼ਨ ਇਹੀ ਹੈ, ਯੰਗ ਪਲਾਂਟਸ ਐਂਡ ਸੀਡਲਿੰਗਸ। ਸੋ ਕਿਸੇ ਦਿਨ ਕਹਿੰਦਾ ਇੱਕ ਦਿਨ ਕੀ ਆਊਗਾ, ਇਹੋ ਜਿਹਾ ਦਿਨ ਆਊਗਾ ਕਿ ਵੀ ਮਾਈਟ ਸੀ ਫੀਲਡਸ ਵਿਦ ਐਗਰੀਬੋਟਸ। ਐਗਰੀਬੋਟਸ ਜਿਹੜੇ ਆ ਅਸੀਂ ਖੇਤਾਂ ਦੇ ਵਿੱਚ ਦੇਖਾਂਗੇ। ਦੈਟ ਕੈਨ ਆਈਡੈਂਟੀਫਾਈ, ਜਿਹੜੇ ਕਿ ਆਈਡੈਂਟੀਫਾਈ ਕਰ ਸਕਦੇ ਆ ਇੰਡੀਵਿਜੂਅਲ ਸੀਡਲਿੰਗ ਨੂੰ,
ਕਿਸੇ ਇੱਕ ਯੰਗ ਪਲਾਂਟ ਨੂੰ ਇਕੱਲੇ ਨੂੰ ਕਹਿੰਦਾ ਕਿ ਉਹ ਆਇਡੈਂਟੀਫਾਈ ਕਰ ਸਕਦੇ ਆ ਐਂਡ ਐਨਕਰੇਜ ਦੈਮ, ਤੇ ਉਹਨਾਂ ਨੂੰ ਇਨਕਰੇਜ ਕਰ ਸਕਦੇ ਆ, ਮੀਨਸ ਮੋਟੀਵੇਟ ਕਹਿ ਲਓ, ਉਹਨਾਂ ਨੂੰ ਗਰੋ ਕਰਨ 'ਚ ਹੈਲਪ ਕਰਨੀ ਕਹਿ ਸਕਦੇ ਆ ਆਪਾਂ, ਕਰਨਗੇ ਅਲੋਂਗ ਵਿਦ ਡਰੋਪਸ ਆਫ ਫਰਟੀਲਾਈਜ਼ਰਸ। ਸੋ ਕਿਵੇਂ ਉਹਨਾਂ ਦੀ ਹੈਲਪ ਕਰਨਗੇ? ਡਰੋਪਸ ਆਫ ਫਰਟੀਲਾਈਜ਼ਰਸ ਦੇ ਨਾਲ। ਇਟ ਮੀਨਸ ਕਿ ਇਨਕਰੇਜ ਦਾ ਮੀਨਿੰਗ ਕੀ ਹੋ ਗਿਆ? ਪ੍ਰੋਵਾਈਡ ਕਰਨਾ। ਸੋ ਕੀ ਪ੍ਰੋਵਾਈਡ ਕਰਨਗੇ ਉਹ? ਡਰੋਪਸ ਆਫ ਫਰਟੀਲਾਈਜ਼ਰਸ। ਹੁਣ ਇਹ ਕੁਐਸਚਨ ਦੇ ਵਿੱਚ ਬਹੁਤ ਸਾਰਿਆਂ ਨੂੰ ਲੱਗਦਾ ਹੋਊਗਾ ਕਿ ਡਰੋਪਸ ਆਫ ਫਰਟੀਲਾਈਜ਼ਰਸ ਜਿਹੜਾ ਆਨਸਰ ਹੋਊਗਾ, ਬਿਕੋਜ਼ ਇਹੀ ਜਿਹੜਾ ਆ ਐਗਰੀ ਬੋਰਡਸ ਦੇ ਦੁਆਰਾ ਪ੍ਰੋਵਾਈਡ ਕੀਤਾ ਜਾਊਗਾ ਸੀਡਲਿੰਗਸ ਨੂੰ, ਬਟ ਇੱਥੇ ਸਾਡਾ ਕੀਵਰਡ ਹੈਗਾ ਵਨ ਵਰਡ ਓਨਲੀ। ਹੁਣ ਵਨ ਵਰਡ ਦੇ ਵਿੱਚ ਡਰੋਪਸ ਨਹੀਂ ਲਿਖਿਆ ਜਾ ਸਕਦਾ, ਠੀਕ ਹੈ ਜੀ, ਕਿਉਂਕਿ ਐਗਰੀ ਬੋਰਡਸ ਵਿਲ ਪ੍ਰੋਵਾਈਡ ਡਰੋਪਸ ਟੂ ਯੰਗ ਪਲਾਂਟਸ। ਕਾਹਦੀਆਂ ਡਰੋਪਸ? ਪਤਾ ਨਹੀਂ ਲੱਗਣਾ। ਸੋ ਇਸ ਕਰਕੇ ਡਰੋਪਸ ਆਫ ਮੈਨੂੰ ਕੱਟਣਾ ਪੈਣਾ ਸਟੂਡੈਂਟ, ਇੱਥੇ ਮੈਨੂੰ ਲਿਖਣਾ ਪੈਣਾ ਆਨਸਰ ਫਰਟੀਲਾਈਜ਼ਰ। ਸੋ in the future agri boards will provide fertilizer to young plants। ਸੋ ਫਿਊਚਰ ਦੇ ਵਿੱਚ ਜਿਹੜੇ ਐਗਰੀ ਬੋਰਡਸ ਆ ਉਹ ਕੀ ਪ੍ਰੋਵਾਈਡ ਕਰਨਗੇ? ਫਰਟੀਲਾਈਜ਼ਰ ਪ੍ਰੋਵਾਈਡ ਕਰਨਗੇ ਟੂ ਯੰਗ ਪਲਾਂਟਸ। ਸੋ ਇਸ ਤਰੀਕੇ ਨਾਲ ਸਟੂਡੈਂਟ ਆਪਾਂ ਇਹ ਵਾਲਾ ਆਨਸਰ ਲੱਭ ਲਿਆ ਹੈ। ਅਗਲਾ ਕੁਐਸਚਨ ਦੇਖਦੇ ਹਾਂ। ਸਮ ਮਸ਼ੀਨਸ ਵਿਲ ਯੂਜ਼, ਕੁਝ ਕੁ ਮਸ਼ੀਨਸ ਵਿਲ ਯੂਜ਼ ਕੈਮੀਕਲਸ ਔਰ ਲੱਗਿਆ ਸਟੂਡੈਂਟ, ਸਿੱਧੀ ਗੱਲ ਆ ਕਿ ਕੈਮੀਕਲਸ ਦੇ ਨਾਲ ਦੀ ਨਾਲ ਕੋਈ ਚੀਜ਼ ਹੋਰ ਯੂਜ਼ ਕਰਨਗੇ। ਯੂਜ਼ ਕਿਉਂ ਕਰਨਗੇ? ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਆਹ ਨਹੀਂ ਦੇਖਣਾ ਸਟਾਰਟਿੰਗ 'ਚ ਕੀ ਆ, ਬਾਅਦ ਦੇ ਵਿੱਚ ਕੀ ਆ, ਹਮੇਸ਼ਾ ਫਿਲ ਇਨ ਦ ਬਲੈਂਕਸ ਉਹ ਜ਼ਰੂਰ ਪੜ੍ਹਨਾ, ਬਿਕੋਜ਼ ਆਨਸਰ ਦੇਣ 'ਚ ਆਹ ਚੀਜ਼ ਜ਼ਿਆਦਾ ਹੈਲਪ ਕਰਦੀ ਹੁੰਦੀ ਹੈ। ਸੋ ਸਮ ਮਸ਼ੀਨਸ ਵਿਲ ਯੂਜ਼ ਕੈਮੀਕਲਸ ਔਰ ਡੈਸ਼ ਟੂ ਗੈਟ ਰਿਡ। ਗੈਟ ਰਿਡ ਮੀਨਸ ਕੀ ਕਰਨਾ ਹੁੰਦਾ ਸਟੂਡੈਂਟ? ਕਿਸੇ ਚੀਜ਼ ਨੂੰ ਅਵੋਇਡ ਕਰਨਾ ਜਾਂ ਕਿਸੇ ਚੀਜ਼ ਤੋਂ ਛੁਟਕਾਰਾ ਪਾਉਣਾ, ਉਸ ਚੀਜ਼ ਨੂੰ ਅਵੋਇਡ ਕਰਨਾ ਕਹਿ ਸਕਦੇ ਹਾਂ ਆਪਾਂ। ਆਫ ਅਨਵਾਂਟਡ ਪਲਾਂਟਸ। ਸੋ ਕਾਹਦੇ ਤੋਂ ਛੁਟਕਾਰਾ ਪਾਉਣ ਦੇ ਲਈ ਕਹਿੰਦਾ ਕੁਛ ਕੁ ਮਸ਼ੀਨਸ ਜਿਹੜੀਆਂ ਆ ਕੈਮੀਕਲਸ ਨੂੰ ਐਂਡ ਕਿਸੇ ਹੋਰ ਚੀਜ਼ ਨੂੰ ਯੂਜ਼ ਕਰਨਗੀਆਂ। ਕਿਉਂ ਯੂਜ਼ ਕਰਨਗੀਆਂ? ਇਹਦਾ ਪਰਪਸ ਕੀ ਹੋਊਗਾ? ਅਨਵਾਂਟਡ ਪਲਾਂਟਸ ਨੂੰ, ਜਿਹੜੇ ਪਲਾਂਟਸ ਨਹੀਂ ਚਾਹੀਦੇ ਹੈਗੇ, ਉਹਨਾਂ ਤੋਂ ਗੈਟ ਰੀਡ ਕਰਨ ਦੇ ਲਈ, ਮੀਨਸ ਕਿ ਉਹਨਾਂ ਨੂੰ ਅਵੋਇਡ ਕਰਨ ਦੇ ਲਈ। ਸੋ ਆਹ ਵਾਲੀ ਚੀਜ਼ ਨੇ ਸਾਨੂੰ ਆਨਸਰ ਦੇਣਾ ਵੀ ਕਿਹੜੀ ਉਹ ਚੀਜ਼ ਆ ਜਿਹੜੀ ਅਨਵਾਂਟਡ ਪਲਾਂਟਸ ਤੋਂ ਛੁਟਕਾਰਾ ਦਿਵਾਉਣ ਦੇ ਵਿੱਚ ਹੈਲਪ ਕਰੂਗੀ। ਉਹ ਆਪਾਂ ਹੁਣ ਦੇਖਦੇ ਹਾਂ। ਸੋ ਅਗਲੀ ਹੀ ਲਾਈਨ ਦੇ ਨਾਲ ਕਨੈਕਟ ਕਰਦੇ ਹਾਂ। ਅਦਰ ਮਸ਼ੀਨਸ, ਸਮ ਮਸ਼ੀਨਸ ਸਟੂਡੈਂਟ, ਇਹਦਾ ਮੀਨਸ ਕਿ ਕੁਛ ਕੁ ਮਸ਼ੀਨਸ ਤਾਂ ਕਹਿੰਦਾ ਸੀ ਆਹ ਕੰਮ ਕਰਨਗੀਆਂ, ਪਿੱਛੇ ਪੜ੍ਹ ਕੇ ਕੁਛ ਕੁ ਮਸ਼ੀਨਸ ਕੀ ਕਰਨਗੀਆਂ ਉਹ ਦੱਸਣ ਲੱਗਾ। ਅਦਰ ਮਸ਼ੀਨਸ ਵੁੱਡ ਡਿਸਟਿੰਗੁਇਸ਼। ਡਿਸਟਿੰਗੁਇਸ਼ ਕਰਨਾ ਸਟੂਡੈਂਟ ਕੀ ਹੁੰਦਾ? ਡਿਫਰੈਂਸ਼ੀਏਟ ਕਰਨਾ। ਡਿਫਰੈਂਸ਼ੀਏਟ ਕਰਨਾ। ਪ੍ਰੋਬਲਮ ਵੀਡਸ। ਵੀਡਸ ਸਟੂਡੈਂਟ ਕੀ ਹੁੰਦੇ ਆ? ਵੀਡਸ ਹੁੰਦੇ ਆ, ਤੁਸੀਂ ਜਿਵੇਂ ਕਿ ਫਸਲਾਂ ਦੇ ਵਿੱਚ ਦੇਖਦੇ ਆ ਕਿ ਅਨਵਾਂਟਡ ਪਲਾਂਟਸ ਉੱਗ ਜਾਂਦੇ ਆ ਕਣਕਾਂ ਦੇ ਵਿੱਚ ਜਾਂ ਕੋਈ ਵੀ ਫਸਲ ਹੋਵੇ, ਅਨਵਾਂਟਡ ਪਲਾਂਟਸ, ਇਟ ਮੀਨਸ ਕਿ ਸਾਨੂੰ ਆਨਸਰ ਇੱਥੋਂ ਹੀ ਮਿਲ ਜਾਣਾ। ਵੀਡਸ ਕਿਹਾ ਜਾਂਦਾ ਐਕਸਟਰਾ ਚੀਜ਼ਾਂ ਜਿਹੜੀਆਂ ਕਿਸੇ ਵੀ ਫਸਲ ਦੇ ਵਿੱਚ ਉੱਗ ਜਾਂਦੀਆਂ। ਸੋ ਅਦਰ ਮਸ਼ੀਨਸ ਵੁੱਡ ਡਿਸਟਿੰਗੁਇਸ਼ ਪ੍ਰੋਬਲਮਸ ਵੀਡਸ ਫਰੋਮ ਕ੍ਰੋਪਸ ਐਂਡ ਐਲੀਮੀਨੇਟ। ਐਲੀਮੀਨੇਟ ਦਾ ਸਿਨੋਨਿਮ ਸਟੂਡੈਂਟ ਆ ਗਿਆ ਗੈਟ ਰਿਡ। ਗੈਟ ਰਿਡ ਮੀਨਸ ਕਰਨਾ ਸੀਗਾ ਕਿਸੇ ਚੀਜ਼ ਨੂੰ ਅਵੋਇਡ ਕਰਨਾ, ਐਲੀਮੀਨੇਟ ਵੀ ਕਰਨਾ ਹੁੰਦਾ ਕਿਸੇ ਚੀਜ਼ ਨੂੰ ਬਾਹਰ ਕੱਢ ਦੇਣਾ, ਕਿਸੇ ਚੀਜ਼ ਨੂੰ ਖ਼ਤਮ ਕਰ ਦੇਣਾ। ਐਲੀਮੀਨੇਟ ਦੈਮ ਵਿਦ ਸ਼ਾਰਟਸ ਆਫ ਹਾਈ ਪਾਵਰ ਲੇਜ਼ਰਸ। ਕਿਵੇਂ ਕਰਨਗੇ ਐਲੀਮੀਨੇਟ ਨੂੰ? ਸ਼ਾਰਟਸ ਆਫ ਹਾਈ ਪਾਵਰ ਲੇਜ਼ਰਸ ਦੇ ਨਾਲ, ਔਰ ਆ ਮਾਈਕਰੋਡੋਟ ਔਰ ਪੈਸਟੀਸਾਈਡ। ਪੈਸਟੀਸਾਈਡ ਤਾਂ ਹੋ ਗਿਆ ਕੈਮੀਕਲ ਸਟੂਡੈਂਟ, ਇਟ ਮੀਨਸ ਕਿ ਔਰ ਦੇ ਨਾਲ ਸਾਡਾ ਇੱਥੇ ਲੱਗੂਗਾ ਸ਼ਾਰਟਸ ਫਰੋਮ ਹਾਈ ਪਾਵਰ ਲੇਜ਼ਰਸ। ਬਟ ਜਿਵੇਂ ਕਿ ਸਾਡੀ ਕੰਡੀਸ਼ਨ ਹੈਗੀ ਆ ਕਿ ਵਨ ਵਰਡ ਓਨਲੀ, ਸੋ ਸ਼ਾਰਟ ਫਰੋਮ ਹਾਈ ਪਾਵਰ ਨੂੰ ਤਾਂ ਆਪਾਂ ਨਹੀਂ ਯੂਜ਼ ਕਰ ਸਕਦੇ। ਜੇ ਇਕੱਲਾ ਸ਼ਾਰਟਸ ਲਿਖਾਂਗੇ ਤਾਂ ਵੀ ਸਾਨੂੰ ਇਹ ਨਹੀਂ ਪਤਾ ਲੱਗਣਾ ਸ਼ਾਰਟਸ ਕਿਸ ਚੀਜ਼ ਦੇ। ਸੋ ਇਸ ਕਰਕੇ ਇੱਥੇ ਸਾਡਾ ਜਿਹੜਾ ਆਨਸਰ ਬਣਨਾ ਸਟੂਡੈਂਟ ਉਹ ਕੀ ਬਣੂਗਾ? ਲੇਜ਼ਰਸ। ਲੇਜ਼ਰਸ ਮੇਨ ਚੀਜ਼ ਹੈਗੀ ਆ ਕਿ ਲੇਜ਼ਰਸ ਨੂੰ ਯੂਜ਼ ਕਰਨਗੇ ਉਹ। ਸੋ ਸਮ ਮਸ਼ੀਨਸ ਵਿਲ ਯੂਜ਼ ਕੈਮੀਕਲਸ ਔਰ ਲੇਜ਼ਰਸ। ਕਿਉਂ? ਟੂ ਗੈਟ ਰਿਡ ਆਫ ਅਨਵਾਂਟਡ ਪਲਾਂਟਸ। ਸੋ ਇੱਥੇ ਵੀ ਉਹੀ ਲਿਖਿਆ ਕਿ ਅਦਰ ਮਸ਼ੀਨਸ ਵੁੱਡ ਡਿਸਟਿੰਗੁਇਸ਼ ਪ੍ਰੋਬਲਮ ਵੀਡਸ, ਜਿਹੜੇ ਕਿ ਸਾਡੇ ਅਨਵਾਂਟਡ ਪਲਾਂਟਸ ਹੋ ਗਏ, ਫਰੋਮ ਕ੍ਰੋਪਸ ਐਂਡ ਐਲੀਮੀਨੇਟ ਮੀਨਸ ਕਿ ਗੈਟ ਰਿਡ ਕਰੂਗੀ ਉਹਨੂੰ। ਕਿਵੇਂ ਕਰੂਗਾ? ਵਿਦ ਸ਼ਾਰਟਸ ਆਫ ਹਾਈ ਪਾਵਰ ਲੇਜ਼ਰਸ ਐਂਡ ਮਾਈਕਰੋਡੋਟ ਪੈਸਟੀਸਾਈਡਸ। ਪੈਸਟੀਸਾਈਡ ਕੈਮੀਕਲ ਹੋ ਗਿਆ, ਇਟ ਮੀਨਸ ਕਿ ਆਹ ਜਿਹੜਾ ਸਾਡਾ ਆਨਸਰ ਇੱਥੇ ਬਣ ਜਾਊਗਾ। ਸੋ ਹੋਪ ਆ ਕਿ ਸਟੂਡੈਂਟ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ। ਇਸੇ ਤਰ੍ਹਾਂ ਆਪਾਂ ਨੈਕਸਟ ਕੁਐਸਚਨ ਵੀ ਦੇਖਦੇ ਹਾਂ। ਇਟ ਇਜ਼ ਦਾ ਪ੍ਰੋਡਕਸ਼ਨ ਆਫ ਡੈਸ਼। ਕਿਸੇ ਨਾ ਕਿਸੇ ਚੀਜ਼ ਦੀ ਪ੍ਰੋਡਕਸ਼ਨ ਹੋਊਗੀ, ਬਟ ਇਹ ਨਹੀਂ ਸਟੂਡੈਂਟ, ਅਗੇਨ ਮੈਂ ਤੁਹਾਨੂੰ ਕਹਿੰਦਾ ਕਿ ਪ੍ਰੋਡਕਸ਼ਨ ਕਿਸੇ ਵੀ ਚੀਜ਼ ਦੀ ਦਿੱਤੀ ਹੋ ਸਕਦੀ ਸਾਨੂੰ। ਆਪਾਂ ਦੇਖਣਾ ਪਿੱਛੇ ਕੀ ਦਿੱਤਾ। ਇੱਥੇ ਲੱਗਿਆ ਐਡਜੈਕਟਿਵ ਕਲੌਜ਼। ਐਡਜੈਕਟਿਵ ਕਲੌਜ਼ ਸਟੂਡੈਂਟ ਜਦੋਂ ਵੀ ਲੱਗਦਾ ਨਾ, ਇਹ ਹਮੇਸ਼ਾ ਆਨਸਰ ਦਿੰਦਾ ਹੁੰਦਾ ਇੱਥੇ ਪਿੱਛੇ ਜਿਹੜੀ ਚੀਜ਼ ਲੱਗਣੀ ਆ। ਸੋ ਇਟ ਮੀਨਸ ਕਿ ਇੱਥੇ ਜਿਹੜੀ ਵੀ ਚੀਜ਼ ਲੱਗਣੀ ਆ ਉਹਦੇ ਬਾਰੇ ਸਾਨੂੰ ਇੱਥੇ ਐਕਸਟਰਾ ਇਨਫੋਰਮੇਸ਼ਨ ਦਿੱਤੀ ਪਈ ਆ ਵੀ ਉਹ ਕਿਹੜੀ ਚੀਜ਼ ਹੋਊਗੀ। ਸੋ ਇੰਨੇ ਆਨਸਰ ਸਾਨੂੰ ਜ਼ਿਆਦਾ ਈਜ਼ੀਲੀ ਦੇਣਾ, ਨਾ ਕਿ ਜੋ ਅੱਗੇ ਲਿਖਿਆ ਆ ਉਹਨੇ। ਸੋ ਇੱਥੇ ਕੀ ਲਿਖਿਆ ਕਿ ਇਟ ਇਜ਼ ਦਾ ਪ੍ਰੋਡਕਸ਼ਨ ਆਫ ਡੈਸ਼ ਵਿਚ ਕਰੰਟਲੀ ਯੂਜ਼ਸ ਮੋਸਟ ਮਸ਼ੀਨਰੀ ਔਨ ਫਾਰਮਸ। ਓਕੇ, ਇਹ ਕਿਸੇ ਨਾ ਕਿਸੇ ਇੱਥੇ ਚੀਜ਼ ਦੀ ਪ੍ਰੋਡਕਸ਼ਨ ਹੋ ਰਹੀ ਹੈ ਕਹਿੰਦਾ ਜਿਹੜੀ ਕਿ
ਇਸ ਸਮੇਂ ਸਭ ਤੋਂ ਜ਼ਿਆਦਾ ਮੋਸਟ ਮਸ਼ੀਨਰੀ ਨੂੰ ਯੂਜ਼ ਕਰਦੀ ਪਈ ਆ। ਸੋ ਆਪਾਂ ਦੇਖਣਾ ਵੀ ਕਿਹੜੀ ਉਹ ਚੀਜ਼ ਆ ਜਿਹੜੀ ਇਸ ਸਮੇਂ ਸਭ ਤੋਂ ਜ਼ਿਆਦਾ ਮਸ਼ੀਨਰੀ ਨੂੰ ਯੂਜ਼ ਕਰਦੀ ਪਈ ਆ, ਜਾਂ ਕਿਹੜੀ ਚੀਜ਼ ਦੀ ਉਹ ਪ੍ਰੋਡਕਸ਼ਨ ਹੈਗੀ ਆ ਜਿਹਦੇ ਵਿੱਚ ਮਸ਼ੀਨਰੀ ਸਭ ਤੋਂ ਜ਼ਿਆਦਾ ਯੂਜ਼ ਹੁੰਦੀ ਹੈ। ਇਸ ਵਰਡ ਦਾ ਖਿਆਲ ਰੱਖਣਾ ਸਟੂਡੈਂਟ, ਐਡਜੈਕਟਿਵ ਦਾ, ਜਿਹੜੀ ਸਾਡੀ ਸੁਪਰਲੇਟਿਵ ਡਿਗਰੀ ਆ। ਸੋ ਅੱਗੇ ਚੱਲਦੇ ਹਾਂ, ਆਪਾਂ ਉੱਥੋਂ ਹੀ ਲਿੰਕ ਕਰਦੇ ਹਾਂ। These machines will also be able to identify and harvest all kinds of vegetables. Okay, ਜਿਹੜੀਆਂ ਪਿੱਛੇ ਮਸ਼ੀਨਸ ਦੀ ਗੱਲ ਕੀਤੀ ਆ ਕਿ ਇਹ ਵਾਲੀਆਂ ਜਿਹੜੀਆਂ ਮਸ਼ੀਨਸ ਆ, ਕਹਿੰਦਾ ਇਸ ਚੀਜ਼ ਦੇ ਲਈ ਵੀ ਏਬਲ ਹੋਣਗੀਆਂ ਕਿ ਕਿਸੇ ਵੀ ਚੀਜ਼ ਨੂੰ ਆਇਡੈਂਟੀਫਾਈ ਕਰ ਸਕਦੀਆਂ, ਪਹਿਚਾਣ ਸਕਦੀਆਂ ਤੇ ਹਾਰਵੈਸਟ ਕਰ ਸਕਦੀਆਂ ਹਰ ਤਰ੍ਹਾਂ ਦੀ ਵੈਜੀਟੇਬਲਸ ਨੂੰ, ਮੀਨਸ ਕਿ ਕੱਟ ਸਕਦੀਆਂ ਉਹਨਾਂ ਨੂੰ ਪੱਕਣ ਤੋਂ ਬਾਅਦ, ਹਾਰਵੈਸਟ ਕਰਨਾ ਮੀਨਸ। ਨੈਕਸਟ, ਮੋਰ ਦੈਨ ਏ ਸੈਂਚੁਰੀ ਆਫ mechanization has already turned farming into an industrial scale activity in much of the world. ਸੋ ਉਹ ਕਹਿੰਦਾ ਕੀ ਹੈਗਾ ਕਿ ਮੋਰ ਦੈਨ ਏ ਸੈਂਚੁਰੀ ਆਫ 100 ਤੋਂ ਜ਼ਿਆਦਾ ਕਹਿੰਦਾ ਮੈਕਨਾਈਜੇਸ਼ਨ ਜਿਹੜੀ ਹੈਗੀਆਂ, ਮਸ਼ੀਨਸ ਵਗੈਰਾ ਜਿਹੜੀਆਂ ਹੈਗੀਆਂ, ਉਹ ਆਲਰੇਡੀ ਕਹਿੰਦਾ ਫਾਰਮਿੰਗ ਨੂੰ ਇੱਕ ਇੰਡਸਟਰੀਅਲ ਸਕੇਲ ਦੇ ਵਿੱਚ ਟਰਨ ਕਰ ਚੁੱਕੀਆਂ, ਚੇਂਜ ਕਰ ਚੁੱਕੀਆਂ ਆ। ਐਕਟੀਵਿਟੀ ਇਨ ਮਚ ਆਫ ਦਾ ਵਰਲਡ ਵਿਦ ਫਾਰਮਸ ਦੈਟ ਗਰੋ ਸੀਰੀਅਲਸ ਬੀਇੰਗ ਦਾ ਮੋਸਟ ਹੈਵੀਲੀ ਆਟੋਮੇਟਡ। ਮੋਸਟ ਸਟੂਡੈਂਟ ਸਾਡਾ ਆ ਗਿਆ, ਇੱਥੇ ਵੀ ਆ ਗਿਆ ਸਾਡਾ ਮੋਸਟ ਮਸ਼ੀਨਰੀ, ਮੋਸਟ ਹੈਵੀਲੀ ਆਟੋਮੇਟਡ। ਆਟੋਮੇਟਡ ਦਾ ਮੀਨਸ ਵੀ ਕੀ ਹੋ ਗਿਆ ਸਟੂਡੈਂਟ, ਜਿੱਥੇ ਮਸ਼ੀਨਸ ਦੇ ਨਾਲ ਕੰਮ ਕੀਤਾ ਜਾਂਦਾ ਉਹਨੂੰ ਕਹਿੰਦੇ ਆ ਆਟੋਮੇਸ਼ਨ। ਸੋ ਇਟ ਮੀਨਸ ਕਿ ਸਾਡਾ ਮੋਸਟ ਆਟੋਮੇਟਡ ਆ ਗਿਆ। ਬਟ ਆਨਸਰ ਕੀ ਸੀਗਾ ਕਿ ਕਿਹੜੀ ਉਹ ਚੀਜ਼ ਆ ਜਿਹਦੇ ਲਈ ਸਭ ਤੋਂ ਜ਼ਿਆਦਾ ਮਸ਼ੀਨਰੀ ਖੇਤਾਂ ਦੇ ਵਿੱਚ ਯੂਜ਼ ਹੋ ਰਹੀ ਹੈ। ਪ੍ਰੋਡਕਸ਼ਨ ਫਸਲ ਦੀ ਹੋਊਗੀ ਕਿਸੇ ਨਾ ਕਿਸੇ ਦੀ। ਸੋ ਇੱਥੇ ਹੀ ਸਾਡਾ ਆਨਸਰ ਹੋਊਗਾ। ਜਿੱਦਾਂ ਉਹਨੇ ਕਿਹਾ ਕਿ ਹੁਣ ਤਾਂ ਕਾਫੀ ਮਸ਼ੀਨਸ ਜਿਹੜੀਆਂ ਯੂਜ਼ ਹੋ ਰਹੀਆਂ ਅਤੇ ਇਹਦੇ ਕਰਕੇ ਖੇਤੀਬਾੜੀ ਜਿਹੜੀ ਇੰਡਸਟਰੀਅਲ ਸਕੇਲ ਵੀ ਬਣ ਗਈ ਆ। ਵਿਦ ਫਾਰਮਸ ਦੈਟ ਗਰੋ ਸੀਰੀਅਲਸ। ਓਕੇ, ਕਹਿੰਦਾ ਉਹ ਵਾਲੇ ਖੇਤ ਜਿਹੜੇ ਸੀਰੀਅਲਸ ਨੂੰ ਗਰੋ ਕਰਦੇ ਆ, ਬੀਇੰਗ ਦਾ ਮੋਸਟ ਹੈਵੀਲੀ ਆਟੋਮੇਟਡ, ਉਹ ਵਾਲੇ ਖੇਤ ਸਭ ਤੋਂ ਜ਼ਿਆਦਾ ਮਸ਼ੀਨਸ ਦਾ ਪ੍ਰਯੋਗ ਕਰਦੇ ਹੈਗੇ ਆ। ਇਟ ਮੀਨਸ ਕਿ ਇਟ ਇਜ਼ ਦਾ ਪ੍ਰੋਡਕਸ਼ਨ ਆਫ ਸੀਰੀਅਲਸ ਵਿਚ ਕਰੰਟਲੀ ਯੂਜ਼ ਮੋਸਟ ਮਸ਼ੀਨਰੀ ਔਨ ਫਾਰਮਸ। ਸੋ ਸੀਰੀਅਲਸ ਦੀ ਪ੍ਰੋਡਕਸ਼ਨ ਦੇ ਲਈ ਹੀ ਸਭ ਤੋਂ ਜ਼ਿਆਦਾ ਮਸ਼ੀਨਰੀ ਜਿਹੜੀ ਯੂਜ਼ ਹੋ ਰਹੀ ਹੈ। ਇਟ ਮੀਨਸ ਕਿ ਆਨਸਰ ਸਾਡਾ ਕੀ ਹੋਊਗਾ ਇੱਥੇ, ਸੀਰੀਅਲਸ ਵੁੱਡ ਬੀ ਆਨਸਰ। ਸੋ ਸਟੂਡੈਂਟ ਤੁਸੀਂ ਦੇਖ ਸਕਦੇ ਆ ਕਿ ਆਹ ਚੀਜ਼ ਸਾਨੂੰ ਈਜ਼ੀਲੀ ਆਨਸਰ ਦੇ ਰਹੀ ਹੈ, ਨਾ ਕਿ ਆਹ ਵਾਲੀ ਚੀਜ਼। ਪ੍ਰੋਡਕਸ਼ਨ ਆਫ ਤੁਹਾਨੂੰ ਪਤਾ ਨਹੀਂ ਲੱਗਣਾ ਕਿਹਦੀ ਆ, ਬਟ ਕਿਹੜੀ ਚੀਜ਼ ਨੇ ਸਭ ਤੋਂ ਜ਼ਿਆਦਾ ਮਸ਼ੀਨਰੀ ਯੂਜ਼ ਕੀਤੀ ਆ, ਉਹ ਹੈਗੇ ਆ ਸੀਰੀਅਲਸ। ਸੋ ਹੋਪ ਹੈ ਕਿ ਤੁਹਾਨੂੰ ਇਹ ਵਾਲਾ ਆਨਸਰ ਜਿਹੜਾ ਕਲੀਅਰਲੀ ਹੋ ਚੁੱਕਿਆ ਹੋਊਗਾ। ਸੋ ਸਟੂਡੈਂਟ ਕਹਿਣ ਦਾ ਮੇਰਾ ਮਤਲਬ ਕੀ ਹੈਗਾ ਕਿ ਜਦੋਂ ਵੀ ਫਿਲਿੰਗ ਦਾ ਬਲੈਂਕਸ ਕਰਦੇ ਆ, ਜ਼ਿਆਦਾਤਰ ਚਾਂਸ ਹੁੰਦੇ ਆ ਕਿ ਪਿੱਛੇ ਵਾਲੀ ਜਿਹੜੀ ਚੀਜ਼ ਹੁੰਦੀ ਫਿਲਿੰਗ ਦਾ ਬਲੈਂਕਸ ਤੋਂ, ਉਹ ਸਾਨੂੰ ਆਨਸਰ ਲੱਭਣ ਦੇ ਵਿੱਚ ਜ਼ਿਆਦਾ ਹੈਲਪ ਕਰਦੀ ਹੈ। ਸੋ ਇਸੇ ਤਰ੍ਹਾਂ ਲਾਸਟ ਕੁਐਸਚਨ ਹੈਗਾ, ਇੱਕ ਇਹ ਵੀ ਦੇਖ ਲੈਂਦੇ ਆ। ਡੈਸ਼ ਬਿਟਵੀਨ ਮਸ਼ੀਨਸ ਸੱਚ ਐਜ਼ ਟਰੈਕਟਰਸ ਇਜ਼ ਮੇਕਿੰਗ ਫਾਰਮਿੰਗ ਮੋਰ ਐਫੀਸ਼ੀਐਂਟ। ਮਸ਼ੀਨਸ ਦੇ ਵਿੱਚ ਕੋਈ ਚੀਜ਼ ਆ ਜਿਵੇਂ ਕਿ ਕਹਿੰਦਾ ਟਰੈਕਟਰਸ ਇਜ਼ ਮੇਕਿੰਗ ਫਾਰਮਿੰਗ ਮੋਰ ਐਫੀਸ਼ੀਐਂਟ। ਸੋ ਇੱਥੇ ਇਜ਼ ਵੀ ਲੱਗਿਆ। ਇਟ ਮੀਨਸ ਕਿ ਇੱਥੇ ਜੋ ਵੀ ਸਾਡਾ ਆਨਸਰ ਹੋਊਗਾ ਉਹ ਕੋਈ ਨਾ ਕੋਈ ਸਿੰਗੂਲਰ ਨਾਊਨ ਹੀ ਲੱਗੂਗਾ, ਬਿਕੋਜ਼ ਹੈਲਪਿੰਗ ਵਰਬ ਐਂਡ ਵਰਬ ਸਾਨੂੰ ਦੇ ਦਿੱਤੇ ਬਟ ਸਬਜੈਕਟ ਨਹੀਂ ਦਿੱਤਾ ਹੈਗਾ, ਇਸ ਕਰਕੇ ਸਿੰਗੂਲਰ ਨਾਊਨ ਸਾਡਾ ਆਨਸਰ ਇੱਥੇ ਕੋਈ ਨਾ ਕੋਈ ਹੋਣ ਵਾਲਾ। ਇਹ ਵੀ ਖਿਆਲ ਰੱਖਣਾ ਸਟੂਡੈਂਟ। ਇਹ ਤਾਂ ਦੱਸ ਰਿਹਾ ਸਿੰਗੂਲਰ, ਇਹਨੂੰ ਲੱਭਣ ਦੇ ਨਾਲ ਤੁਹਾਨੂੰ ਇਹ ਫਾਇਦਾ ਹੋ ਜਾਂਦਾ ਕਿ ਕਿਤੇ ਤੁਹਾਨੂੰ ਆਨਸਰ ਜੇ ਪਲੂਰਲ ਲੱਗਦਾ ਪਿਆ ਤਾਂ ਤੁਹਾਨੂੰ ਵਰਬ ਨੇ ਦੱਸ ਦੇਣਾ ਕਿ ਨਹੀਂ ਪਲੂਰਲ ਨਹੀਂ, ਇੱਥੇ ਜੋ ਵੀ ਆਨਸਰ ਲੱਗਣਾ ਸਿੰਗੂਲਰ ਲੱਗਣਾ। ਸੋ ਇਹਦੇ ਨਾਲ ਆਪਾਂ ਅਗਲਾ ਆਨਸਰ ਵੀ ਜਿਹੜਾ ਫਾਈਂਡ ਆਊਟ ਕਰਦੇ ਹਾਂ। ਸੋ ਇੱਥੋਂ ਸਾਡਾ ਖਤਮ ਹੋ ਗਿਆ, ਇੱਧਰ ਚੱਲਦੇ ਹਾਂ। But a variety of other crops including oranges and tomatoes destined to become processed foods। ਪਰ ਕਹਿੰਦਾ ਕਿ ਬਹੁਤ ਸਾਰੀਆਂ ਵੈਰਾਈਟੀ ਆਫ ਅਦਰ ਕ੍ਰੋਪਸ, ਹੋਰ ਕਹਿੰਦਾ ਹੋਰ ਜਿਹੜੀ ਵੈਰਾਈਟੀ ਆਫ ਕ੍ਰੋਪਸ ਹੈਗੀ ਹੈ, ਜਿਵੇਂ ਕਿ ਔਰੇਂਜਸ ਹੋ ਗਏ, ਟਮੈਟੋਜ਼ ਹੋ ਗਏ, ਉਹ ਵੀ ਕੀ ਆ ਕਹਿੰਦਾ ਜਲਦੀ ਹੀ ਪ੍ਰੋਸੈਸਡ ਫੂਡ ਬਣ ਜਾਣਗੇ। ਆਰ ਆਲਸੋ ਪਿਕਡ ਮਕੈਨੀਕਲੀ, ਅਤੇ ਉਹਨਾਂ ਨੂੰ ਵੀ ਕਹਿੰਦਾ ਮਕੈਨੀਕਲੀ ਮਸ਼ੀਨਸ ਦੇ ਨਾਲ ਹੀ ਪਿਕ ਕੀਤਾ ਜਾਂਦਾ। ਅਲਬੀਟ ਟੂ ਅ ਸਲਾਈਟਲੀ ਲੈਸ ਐਕਸਟੈਂਟ। ਅਲਬੀਟ ਮੀਨਸ ਕਿ ਆਲਦੋ, ਬੇਸ਼ੱਕ ਕਹਿੰਦਾ ਕਿ ਉਹਨਾਂ ਨੂੰ ਘੱਟ ਮਸ਼ੀਨਾਂ ਉਹਦੇ ਲਈ ਯੂਜ਼ ਕੀਤੀ ਜਾਂਦੀਆਂ, ਬਟ ਉਹਨਾਂ ਨੂੰ ਵੀ ਐਕਚੁਅਲ ਦੇ ਵਿੱਚ ਮਸ਼ੀਨਾਂ ਨਾਲ ਹੀ ਕੀਤਾ ਜਾਂਦਾ, ਬੇਸ਼ੱਕ ਥੋੜ੍ਹਾ ਘੱਟ ਆ। ਯੈਟ ਦ ਨੈਕਸਟ ਵੇਵ, ਅਗਲੀ ਜਿਹੜੀ ਲਹਿਰ ਹੋਊਗੀ ਆਫ ਆਟੋਨੋਮਸ ਫਾਰਮ ਮਸ਼ੀਨਰੀ, ਆਪਣੇ ਆਪ ਚੱਲਣ ਵਾਲੀ ਜਿਹੜੀ ਮਸ਼ੀਨਰੀ ਦੀ ਅਗਲੀ ਲਹਿਰ ਹੋਊਗੀ, ਇਜ਼ ਆਲਰੇਡੀ ਐਟ ਵਰਕ। ਆਲਰੇਡੀ ਹੀ ਕਹਿੰਦਾ ਉਹ ਕੰਮ 'ਤੇ ਲੱਗ ਚੁੱਕੀ ਆ, ਆਲਰੇਡੀ ਕੰਮ ਦੇ ਵਿੱਚ ਉਹਨੂੰ ਯੂਜ਼ ਕੀਤਾ ਜਾ ਰਿਹਾ। ਯੂ ਪ੍ਰੋਬੇਬਲੀ ਹੈਵਨਟ ਈਵਨ ਨੋਟਿਸਡ ਫॉर these robots are disguised as tractors। ਓਕੇ, ਸੋ ਕਹਿੰਦਾ ਕਿ ਸੰਭਾਵਿਤ ਤੌਰ 'ਤੇ ਤੁਸੀਂ ਉਸ ਮਸ਼ੀਨਸ ਨੂੰ ਕਦੇ ਵੀ ਨੋਟਿਸ ਨਹੀਂ ਕੀਤਾ ਹੋਊਗਾ। ਫੋਰ ਨੂੰ ਇੱਥੇ ਯੂਜ਼ ਕੀਤਾ ਜਾ ਰਿਹਾ ਐਜ਼ ਏ ਬਿਕੋਜ਼।
स्टूडेंट मेरे कंपाउंड सेंटेंस की वीडियो देख लो अगर फॉर नूं एज ए बिकॉज किस तरीके नाल यूज़ करना ये समझना तो सो फॉर इत्थे बिकॉज की तरह यूज़ हो रहा कहता कि इस तरह की मशीनरी ऑलरेडी खेत यूज़ हो रही है बट तुसीं कहता हो सकता उन्होंने अजे तक नोटिस ना किया हो क्योंकि दीज रोबोट्स आर डिसगाइज्ड एज ट्रैक्टर्स क्योंकि ਜਿਹੜੇ रोबोट्स हैगे आ ਇਹ ਅਸਲ ਦੇ ਵਿੱਚ ਐਜ਼ ਏ ਟਰੈਕਟਰ ਯੂਜ਼ ਹੋ ਰਿਹਾ ਮੀਨਸ ਕਿ ਲੱਗਦੇ ਨਹੀਂ ਹੈਗੇ ਰੋਬੋਟ ਜਿਹੜੇ ਟਰੈਕਟਰਸ ਆ ਉਹਨਾਂ ਦੀ ਲੁੱਕ ਜਿਹੜੀ ਆ ਡਿਸਗਾਈਜ਼ ਹੋਈ ਪਈ ਡਿਸਗਾਈਜ਼ ਹੋਣਾ ਮੀਨਸ ਕੀ ਹੁੰਦਾ ਕਿ ਰੋਬੋਟਸ ਐਕਚੁਅਲੀ ਜਿੱਦਾਂ ਦੇ ਰੋਬੋਟਸ ਹੋ ਗਿਆ ਉੱਦਾਂ ਦੀ ਸ਼ਕਲ ਨਹੀਂ ਉਹ ਐਜ਼ ਏ ਟਰੈਕਟਰ ਕੰਮ ਕਰਦੇ ਪਏ ਸੋ ਟਰੈਕਟਰ ਵੀ ਤਾਂ ਇੱਕ ਮਸ਼ੀਨ ਹੈ ਇੱਕ ਰੋਬੋਟ ਹੀ ਆ ਸੋ ਉਹਦੇ ਕਹਿਣ ਦਾ ਮੀਨਿੰਗ ਆ मैनी आर सैल्फ स्टीयरिंग बहुत सारे तो कहता सैल्फ स्टीयरिंग आ यूज़ GPS टू क्रॉस ए फील्ड एक खेत नूं लंघण दे लई कहता वो GPS नूं यूज़ करते हैं एंड कैन ईवन टॉक टू दीयर इंप्लीमेंट्स तो अपने इंप्लीमेंट्स दे नाल कहता वो गल भी कर सकते हैं इंप्लीमेंट्स मीनस अ प्लो और स्प्रेयर फॉर एग्जाम्पल इंप्लीमेंट्स का वह मतलब है कि जिमें कि उन्हें ट्रैक्टर के नाल हल पाया हुंदा जां फिर स्प्रेयर हो सकता वो चीज़ों भी कहता यूज़ करके वो चीज़ों नाल कहता आपस दे विच गल भी कर सकते इदां दे ट्रैक्टर आ गए एंड द इंप्लीमेंट्स जिमें कि प्लो एंड स्प्रेयर कैन टॉक बैक वो भी कहता वापस स्प्रेयर एंड प्लो भी वो वापस गल कर सकते हैं टैलिंग द ट्रैक्टर दैट इट इज़ गोइंग टू फास्ट और नीड्स टू मूव टू द लैफ्ट सो कहता किस तरीके नाल गल करते कि वो ट्रैक्टर नूं दस भी सकते हैं कि ट्रैक्टर तू जिहड़ा बहुत तेज़ जा रहा है तो तैनूं जिहड़ी इस समय किसी पासे नूं जिवें कि इत्थे लिखिआ खब्बे पासे नूं मुड़न की जरूरत है सो आपस दे विच गलबात किद्दां करदे उहदे बारे दस्सिआ होया दिस काइंड ऑफ कम्यूनीकेशन इज़ आल्सो बीइंग डिवेलपड इन अदर फार्म व्हीकल्स ਇਹ ਤਰ੍ਹਾਂ ਦੀ ਜਿਹੜੀ ਕਹਿੰਦਾ ਕਮਿਊਨੀਕੇਸ਼ਨ ਹੈਗੀ ਆ ਇਹ ਹੋਰ ਵਹੀਕਲਸ ਦੇ ਵਿੱਚ ਵੀ ਜਿਹੜੀ ਡਿਵੈਲਪ ਕੀਤੀ ਜਾ ਰਹੀ ਹੈ ਜਿਹੜੇ ਖੇਤੀਬਾੜੀ 'ਚ ਯੂਜ਼ ਹੁੰਦੇ ਆ A new system allows a combine harvester say to send a call over to a tractor ਸੋ ਇੱਕ ਨਵਾਂ ਕਹਿੰਦਾ ਸਿਸਟਮ ਕੰਬਾਈਨ ਹਾਰਵੈਸਟਰ ਸਿਸਟਮ ਹੈਗਾ ਆ ਜਿਹੜਾ ਕਿ ਕਿਸੇ ਕਹਿੰਦਾ ਟਰੈਕਟਰ ਨੂੰ ਕਾਲ ਵੀ ਭੇਜ ਸਕਦਾ ਆ ਟਰੈਕਟਰ ਟ੍ਰੇਲਰ ਸੋ ਦਾ ਡਰਾਈਵਰ ਕੈਨ ਅਨਲੋਡ ਦਾ ਗ੍ਰੇਨ ਐਜ਼ ਐਂਡ ਵੈਨ ਨਸੈਸਰੀਜ਼ ਤਾਂ ਕਿ ਕਹਿੰਦਾ ਕਿ ਜਿਹੜਾ ਡਰਾਈਵਰ ਹੈਗਾ ਆ ਉਹ ਗ੍ਰੇਨਸ ਨੂੰ ਅਨਲੋਡ ਕਰ ਸਕੇ ਜਦੋਂ ਜ਼ਰੂਰਤ ਹੋਵੇ ਸੋ ਆਪਸ ਦੇ ਵਿੱਚ ਕਮਿਊਨੀਕੇਸ਼ਨ ਦੀ ਸਟੂਡੈਂਟ ਗੱਲ ਕੀਤੀ ਹੈ ਵੀ ਕਿਵੇਂ ਟਰੈਕਟਰਸ ਜਿਹੜੀਆਂ ਮਸ਼ੀਨਸ ਹੈਗੀਆਂ ਉਹ ਆਪਸ 'ਚ ਗੱਲ ਕਰਦੀਆਂ ਸੋ ਇੱਧਰ ਦੇਖੀਏ ਹੁਣ ਸਾਡਾ ਕੁਐਸਚਨ ਕੀ ਸੀ ਕਿ ਡੈਸ਼ ਬਿਟਵੀਨ ਮਸ਼ੀਨਸ ਸੱਚ ਐਸ ਟਰੈਕਟਰਸ ਨੂੰ ਜਿਵੇਂ ਕਿ ਕਹਿੰਦਾ ਕਿ ਉਹਨਾਂ ਦੇ ਵਿੱਚ ਕੁਝ ਵਿਚਕਾਰ ਕੋਈ ਚੀਜ਼ ਆ ਜਿਹੜੀ ਖੇਤੀਬਾੜੀ ਨੂੰ ਹੋਰ ਵੀ ਜ਼ਿਆਦਾ ਐਫੀਸ਼ੀਐਂਟ ਬਣਾ ਰਹੀ ਹੈ ਇੱਥੇ ਸਟੂਡੈਂਟ ਜਿਹੜੀ ਸਾਰੀ ਗੱਲਬਾਤ ਸਾਡੀ ਹੋਈ ਆ ਉਹ ਹੋਈ ਆ ਕਮਿਊਨੀਕੇਸ਼ਨ ਦੇ ਬਾਰੇ ਕਮਿਊਨੀਕੇਸ਼ਨ ਮੀਨਸ ਕੀ ਆ ਕਿ ਟਰੈਕਟਰਸ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰਦੇ ਮਸ਼ੀਨਸ ਆਪਸ 'ਚ ਕਮਿਊਨੀਕੇਸ਼ਨ ਕਰਦੀਆਂ ਦਿਸ ਕਾਈਂਡ ਆਫ ਕਮਿਊਨੀਕੇਸ਼ਨ ਇਹ ਜਿਹੜੀ ਸਾਰੀ ਕਮਿਊਨੀਕੇਸ਼ਨ ਹੁੰਦੀ ਹੈ ਕਹਿੰਦਾ ਇਜ਼ ਆਲਸੋ ਬੀਇੰਗ ਡਿਵੈਲਪਡ ਇਨ ਅਦਰ ਫਾਰਮ ਵਹੀਕਲਸ ਬਾਕੀ ਖੇਤੀਬਾੜੀ ਦੇ ਵਹੀਕਲਸ ਦੇ ਵਿੱਚ ਵੀ ਇਸ ਕਮਿਊਨੀਕੇਸ਼ਨ ਨੂੰ ਯੂਜ਼ ਕੀਤਾ ਜਾ ਰਿਹਾ ਇਟ ਮੀਨਸ ਕੀ ਆ ਕਿ ਟਰੈਕਟਰਸ ਮਸ਼ੀਨਸ ਦੇ ਵਿਚਕਾਰ ਕੀ ਹੋ ਰਿਹਾ ਕਮਿਊਨੀਕੇਸ਼ਨ ਹੋ ਰਹੀ ਹੈ ਜਿਵੇਂ ਕਿ ਟਰੈਕਟਰ ਇਹਦੇ ਨਾਲ ਖੇਤੀਬਾੜੀ ਹੋਰ ਵੀ ਐਫੀਸ਼ੀਐਂਟ ਹੋ ਰਹੀ ਹੈ ਸੋ ਡੈਫੀਨੇਟਲੀ ਸਾਡਾ ਆਨਸਰ ਜਿਹੜਾ ਸਟੂਡੈਂਟ ਜਾ ਰਿਹਾ ਉਹ ਕਿਹੜਾ ਉਹ ਹੋਊਗਾ ਕਮਿਊਨੀਕੇਸ਼ਨ ਸੋ ਸਟੂਡੈਂਟ ਇਹ ਸੀਗੇ ਸਾਡੇ ਅੱਜ ਦੇ 4 ਕੁਐਸਚਨਸ ਤੁਸੀਂ ਦੇਖ ਸਕਦੇ ਕਿ ਕਿਵੇਂ ਫਾਈਂਡ ਆਊਟ ਕੀਤੇ ਆਪਾਂ ਬੇਸਿਕ ਜਿਹੜੀ ਚੀਜ਼ ਸੀਗੀ ਉਹ ਸਟੂਡੈਂਟ ਇਹ ਸੀਗੀ ਕਿ ਇੰਸਟਰਕਸ਼ਨ ਦਾ ਧਿਆਨ ਰੱਖੋ ਅੰਡਰਸਟੈਂਡਿੰਗ ਪੁੱਛਿਆ ਕੀ ਜਾ ਰਿਹਾ ਇਹ ਕਿਵੇਂ ਪਤਾ ਲੱਗਣਾ ਪੂਰੇ ਸੈਂਟੈਂਸ ਨੂੰ ਸਮਝ ਕੇ ਸਬਜੈਕਟ ਵਰਬ ਐਂਡ ਆਬਜੈਕਟ ਵਾਲਾ ਮੈਥਡ ਵੀ ਤੁਸੀਂ ਫੋਲੋ ਕਰ ਸਕਦੇ ਆ ਕਿ ਸਬਜੈਕਟ ਐਂਡ ਵਰਬ ਲੱਗਿਆ ਹੋਇਆ ਆਬਜੈਕਟ ਲੱਗੂਗਾ ਇੱਥੇ ਆ ਸਾਡਾ ਇਨਡਾਇਰੈਕਟ ਆਬਜੈਕਟ ਆ ਇਹ ਪੜ੍ਹ ਕੇ ਸਾਨੂੰ ਹਮੇਸ਼ਾ ਆਨਸਰ ਕਲੀਅਰ ਮਿਲ ਸਕਦਾ ਜਿਵੇਂ ਕਿ ਇੱਥੇ ਸੀਗਾ ਕਿ ਸਮ ਮਸ਼ੀਨਸ ਵਿਲ ਯੂਜ਼ ਕੈਮੀਕਲਸ ਕੁਝ ਕੁ ਮਸ਼ੀਨਸ ਸਬਜੈਕਟ ਹੈਲਪਿੰਗ ਵਰਬ ਐਂਡ ਵਰਬ ਯੂਜ਼ ਕਰਨਗੀਆਂ ਕਿ ਕੈਮੀਕਲਸ ਐਂਡ ਲੇਜ਼ਰਸ ਨੂੰ ਫਿਰ ਆਬਜੈਕਟ ਲੱਭਣਾ ਸੀ ਆਪਾਂ ਤੇ ਇਨਡਾਇਰੈਕਟ ਆਬਜੈਕਟ ਨੇ ਸਾਨੂੰ ਆਨਸਰ ਦਿੱਤਾ ਵੀ ਕਿਹਨੂੰ ਕਿਉਂ ਯੂਜ਼ ਕਰਦੀਆਂ ਸੀ ਅਨਵਾਂਟਡ ਪਲਾਂਟਸ ਨੂੰ ਛੁਟਕਾਰਾ ਪਾਉਣ ਲਈ ਸੋ ਇਹਨੇ ਸਾਨੂੰ ਆਨਸਰ ਦਿੱਤਾ ਵੀ ਕਿਹੜੀ ਚੀਜ਼ ਯੂਜ਼ ਹੋ ਰਹੀ ਹੈ ਇੱਥੇ ਇਸੇ ਤਰ੍ਹਾਂ ਹੀ ਇਟ ਇਜ਼ ਦਾ ਪ੍ਰੋਡਕਸ਼ਨ ਆਫ ਡੈਸ਼ ਵਿਚ ਕਰੰਟਲੀ ਐਡਜੈਕਟਿਵ ਕਲੋਜ਼ ਨੇ ਆਨਸਰ ਦਿੱਤਾ ਵੀ ਕਿਹੜੀ ਚੀਜ਼ ਦੀ ਪ੍ਰੋਡਕਸ਼ਨ ਆ ਜਿਹੜੀ ਜਿਹਦੇ ਲਈ ਬਹੁਤ ਜ਼ਿਆਦਾ ਮਸ਼ੀਨਰੀ ਯੂਜ਼ ਹੋ ਰਹੀ ਹੈ ਸੋ ਸਟੂਡੈਂਟ ਹੋਪ ਹੈ ਕਿ ਤੁਹਾਨੂੰ ਵੀਡੀਓ ਜਿਹੜੀ ਚੰਗੀ ਲੱਗੀ ਹੋਊਗੀ ਕੋਸ਼ਿਸ਼ ਕਰੋ ਫਿਲ ਇਨ ਦਾ ਬਲੈਂਕਸ ਨੂੰ ਇਸ ਤਰੀਕੇ ਨਾਲ ਲੱਭਣ ਦੀ ਧਿਆਨ ਦੇਣਾ ਅੰਡਰਸਟੈਂਡਿੰਗ ਦੇ ਉੱਤੇ ਗ੍ਰਾਮਰ ਦੇ ਉੱਤੇ ਕੀਵਰਡਸ ਦੇ ਉੱਤੇ ਪਲੱਸ ਐਸ ਸਟਰਕਚਰ ਨੂੰ ਸਟੂਡੈਂਟ ਜ਼ਰੂਰ ਫੋਲੋ ਕਰਨਾ ਹੋਪ ਆ ਕਿ ਤੁਹਾਡੀ ਜਿਹੜੇ ਫਿਲ ਇਨ ਦਾ ਬਲੈਂਕਸ ਆ ਨੈਕਸਟ ਟਾਈਮ ਗਲਤ ਨਹੀਂ ਹੋਣਗੇ ਨੈਕਸਟ ਵੀਡੀਓ 'ਚ ਇਸੇ ਤਰ੍ਹਾਂ ਦਾ ਕੁਛ ਨਵਾਂ ਕੰਟੈਂਟ ਲੈ ਕੇ ਆਊਂਗਾ ਉਦੋਂ ਤੱਕ ਦੀ ਸਟੂਡੈਂਟ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਅਗਰ ਵਧੀਆ ਲੱਗੇ ਤਾਂ ਬਾਕੀ ਨਾਲ ਸ਼ੇਅਰ ਵੀ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਿਓ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਮੈਂ ਇਸ ਤਰ੍ਹਾਂ ਦਾ ਹੋਰ ਵੀ ਕੰਟੈਂਟ ਤੁਹਾਡੇ ਲਈ ਲੈ ਕੇ ਆਉਂਦਾ ਰਹਾਂ ਥੈਂਕ ਯੂ